ਡੀਅਰ ਸਟੂਡੈਂਟਸ, ਅੱਜ ਅਸੀਂ ਕਰਾਂਗੇ ਮਾਡਲ ਟੈਸਟ ਪੇਪਰ ਨੰਬਰ 2 ਆਫ ਸਾਇੰਸ ਕਲਾਸ 8th। ਸਭ ਤੋਂ ਪਹਿਲੇ ਅਸੀਂ ਕਰਦੇ ਹਾਂ MCQ ਕੁਐਸਚਨਸ। ਪਹਿਲੇ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਮੋਹਨ ਇਜ਼ ਸਪ੍ਰਿੰਕਲਿੰਗ ਕੈਮੀਕਲ ਸੋਲਿਊਸ਼ਨਸ ਟੂ ਡਿਸਟਰੋਏ ਵੀਡ ਪਲਾਂਟਸ। ਤੇ ਬੱਚਿਓ, ਤੁਹਾਨੂੰ ਪਤਾ ਆ ਵੀਡ ਪਲਾਂਟਸ ਨੂੰ ਖਤਮ ਕਰਨ ਲਈ ਜੋ ਅਸੀਂ ਯੂਜ਼ ਕਰਦੇ ਹਾਂ ਉਹਨੂੰ ਕੀ ਬੋਲਦੇ ਆ? ਵੀਡੀਸਾਈਡਸ। ਸੈਕੰਡ ਕੁਐਸਚਨ ਦੇ ਵਿੱਚ ਉਹਨੇ ਕਿਹਾ ਆ ਕਿ ਨਰੇਸ਼ ਦੀ ਮਦਰ ਜਿਹੜੇ ਵੇਸਟ ਮੈਟਰਸ ਹੈ, ਮਟੀਰੀਅਲਸ ਹੈ, ਉਹਨਾਂ ਨੂੰ ਇਕੱਠਾ ਕਰਕੇ ਮੈਨਿਓਰਸ ਬਣਾ ਲੈਂਦੀ ਹੈ, ਖਾਦ ਬਣ ਜਾਂਦੀ ਹੈ, ਉਹਨੂੰ ਅਸੀਂ ਬੋਲਾਂਗੇ ਮੈਨਿਓਰ। ਦੇ ਉੱਤੇ ਕਲਿੱਕ ਕਰਾਂਗੇ। ਥਰਡ ਕੁਐਸਚਨ ਵਿੱਚ ਉਹਨੇ ਪੁੱਛਿਆ ਦਾ ਮੈਥਡ ਆਫ ਇਰੀਗੇਸ਼ਨ ਇਨ ਵਿਚ ਵਾਟਰ ਡ੍ਰੌਪਸ ਡ੍ਰੌਪ ਬਾਈ ਡ੍ਰੌਪ। ਜਿਹੜਾ ਵਾਟਰ ਹੈ ਉਹ ਡ੍ਰੌਪ ਬਾਈ ਡ੍ਰੌਪ ਫਾਲ ਕਰਦਾ, ਇਸ ਕਰਕੇ ਇਸ ਨੂੰ ਅਸੀਂ ਕਹਾਂਗੇ ਡ੍ਰਿਪ ਸਿਸਟਮ। ਫੋਰਥ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਕਿਸੇ ਐਂਟੀਬਾਇਓਟਿਕਸ ਦਾ ਨਾਮ ਦੱਸੋ, ਤੇ ਇਹ ਹੈਗਾ ਬੱਚੇ ਸਟੈਪਟੋਮਾਈਸਿਨ, ਜਿਸ ਨੂੰ ਖਾਣ ਦੇ ਨਾਲ ਐਂਟੀਜਨਸ ਜਿਹੜੇ ਆ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ, ਇਹਨੂੰ ਬੋਲਦੇ ਐਂਟੀਬਾਡੀਜ਼। ਫਿਫਥ ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਕਿ ਇਡਲੀ ਡੋ ਜਿਹੜਾ ਆ ਉਹ ਫੁੱਲ ਕਿਉਂ ਜਾਂਦਾ ਵਾ, ਇਡਲੀ ਦਾ ਆਟਾ। ਤੇ ਬੱਚਿਓ, ਗਰੋਥ ਆਫ ਜੀਸਟ ਸੈੱਲ ਦੇ ਕਰਕੇ ਜਿਹੜਾ ਇਡਲੀ ਦਾ ਆਟਾ ਆ ਉਹ ਫੁੱਲ ਜਾਂਦਾ ਆ। ਸਿਕਸਥ ਕੁਐਸਚਨ ਹੈਗਾ ਵਿਚ ਆਫ ਦਾ ਫਾਲੋਇੰਗ ਕੈਨ ਬੀ ਬੀਟਨ ਇਨਟੂ ਥਿਨ ਸ਼ੀਟਸ। ਤੇ ਇਹਨਾਂ ਦੇ ਵਿੱਚੋਂ ਤਿੰਨ ਜਿਹੜੀਆਂ ਵਾ ਹੇਠਾਂ ਵਾਲੀਆਂ ਉਹ ਨੌਨ ਮੈਟਲਸ ਹੈ, ਜਿੰਕ ਇਕੱਲੀ ਮੈਟਲ ਹੈ, ਤੇ ਸਾਨੂੰ ਪਤਾ ਕਿ ਆਪਾਂ ਸਿਰਫ ਮੈਟਲਸ ਨੂੰ ਹੀ ਬੀਟ ਕਰ ਸਕਦੇ ਹਾਂ। ਸੈਵਨਥ ਕੁਐਸਚਨ ਹੈਗਾ ਵਿਚ ਆਫ ਦਾ ਫਾਲੋਇੰਗ ਸਟੇਟਮੈਂਟ ਇਜ਼ ਕਰੈਕਟ, ਆਲ ਮੈਟਲਸ ਆਰ ਡਕਟਿਲ। ਕਿ ਸਾਰੀਆਂ ਹੀ ਮੈਟਲਸ ਜਿਹੜੀਆਂ ਆ ਉਹਨਾਂ ਦੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਆ, ਇਸ ਕਰਕੇ ਫਸਟ ਆਪਸ਼ਨ ਜਿਹੜੀ ਉਹ ਰਾਈਟ ਹੈ। ਏਟਥ ਕੁਐਸਚਨ ਦੇ ਵਿੱਚ ਉਹਨੇ ਦੱਸਿਆ ਕਿ ਗੁਰਮੀਤ ਦੀ ਮਦਰ ਜਿਹੜੀ ਉਹ ਸਿਲੰਡਰ ਯੂਜ਼ ਕਰ ਰਹੀ ਹੈ, ਸਿਲੰਡਰ ਵਿੱਚ ਕਿਹੜੀ ਗੈਸ ਭਰੀ ਹੁੰਦੀ ਹੈ? ਤੇ ਇਹਦਾ ਅਸੀਂ ਆਨਸਰ ਕਰਾਂਗੇ LPG। ਫੁੱਲ ਫਾਰਮ ਆਫ LPG ਹੈਗੀ ਲਿਕੁਇਡ ਪੈਟਰੋਲੀਅਮ ਗੈਸ। ਨਾਈਨਥ ਕੁਐਸਚਨ ਹੈਗਾ ਕਿ ਮੋਨਿਕਾ ਨੇ ਪੜ੍ਹਿਆ ਕਿ ਇੱਕ ਬੰਦਾ ਜਿਹੜਾ ਸੀ ਨਾ ਬਰਨਿੰਗ ਕੋਲ ਦੇ ਵਿੱਚੋਂ ਜਿਹੜੀ ਗੈਸ ਨਿਕਲੀ ਉਹਦੇ ਨਾਲ ਬੇਹੋਸ਼ ਹੋ ਗਿਆ। ਤੇ ਬੱਚੇ, ਬਰਨਿੰਗ ਕੋਲ ਦੀ ਜਿਹੜੀ ਗੈਸ ਨਿਕਲਦੀ ਉਹ ਹੁੰਦੀ ਹੈ ਕਾਰਬਨ ਮੋਨੋਆਕਸਾਈਡ। 10th ਕੁਐਸਚਨ ਹੈਗਾ ਵਿਚ ਆਫ ਦਾ ਫਾਲੋਇੰਗ ਗੈਸ ਕਾਜ਼ਜ਼ ਐਸਿਡ ਰੇਨ। ਤੇ ਇਹਦੇ ਵਿੱਚ ਆਏਗਾ ਆਕਸਾਈਡਸ ਆਫ ਸਲਫਰ ਐਂਡ ਨਾਈਟ੍ਰੋਜਨ, ਕਿਉਂਕਿ ਇਹ ਦੋਨੋਂ ਹੀ ਜਿਹੜੇ ਆਕਸਾਈਡਸ ਹੈ ਇਹ ਐਸਿਡ ਬਣਾਉਂਦੇ ਆ। ਦਾ ਯੂਨਿਟ ਆਫ ਕੈਲੋਰੀਫਿਕ ਵੈਲਿਊ ਆਫ ਅ ਫਿਊਲ ਇਜ਼ ਜੂਲ। ਦੇਖੋ, ਜੇ ਤਾਂ ਛੋਟੀ ਯੂਨਿਟ ਹੋਏ ਤਾਂ ਅਸੀਂ ਜੂਲ ਵੀ ਲਿਖ ਸਕਦੇ ਹਾਂ, ਬਟ ਉਹਨੇ ਪੁੱਛਿਆ ਕਿ ਵੱਡੀ ਯੂਨਿਟ ਜਿਹੜੀ ਹੈ ਕੈਲੋਰੀਫਿਕ ਵੈਲਿਊ ਜਿਸ 'ਚ ਅਸੀਂ ਮੇਜਰ ਕਰਦੇ ਤੇ ਆਏਗਾ ਕਿਲੋ ਜੂਲ ਪਰ kg। ਨੈਕਸਟ ਕੁਐਸਚਨ ਵਿੱਚ ਇੱਕ ਤੁਹਾਨੂੰ ਫਿਗਰ ਦਿੱਤੀ ਹੈ, ਇਹਦੇ ਵਿੱਚ ਤੁਸੀਂ ਦੱਸਣਾ ਵਾ ਕਿ ਲੈਸ ਹੌਟ ਏਰੀਆ ਕਿਹੜਾ ਆ, ਤੇ ਇਹ ਆਵੇਗਾ ਮਿਡਲ ਜ਼ੋਨ। ਇਹਨੇ 4 ਆਪਸ਼ਨ ਦਿੱਤੀਆਂ ਵਾ, ਆਊਟਰ, ਇਨਰ, ਮਿਡਲ। ਅਸੀਂ ਕਿਤੇ ਟਿਕ ਕਰਾਂਗੇ? ਮਿਡਲ ਜ਼ੋਨ 'ਤੇ, ਕਿਉਂਕਿ ਜਿਹੜੀ ਮੋਮਬੱਤੀ ਦੀ ਲਾਟ ਹੈ ਉਹਦਾ ਮਿਡਲ ਏਰੀਆ ਜਿਹੜਾ ਹੁੰਦਾ ਉਹ ਘੱਟ ਗਰਮ ਹੁੰਦਾ, ਇਸ ਕਰਕੇ ਮਿਡਲ ਜ਼ੋਨ। ਦਾ ਇਨਕਰੀਜ਼ ਇਨ ਦਾ ਲੈਵਲ ਆਫ ਵਿਚ ਗੈਸ ਕਾਜ਼ ਗਲੋਬਲ ਵਾਰਮਿੰਗ। ਇਹ ਤੁਹਾਨੂੰ ਪਤਾ ਹੀ ਹੈ ਕਿ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਦੇ ਨਾਲ ਜਿਹੜੀ ਹੈ ਗਲੋਬਲ ਵਾਰਮਿੰਗ ਜਿਹੜੀ ਉਹ ਹੋ ਰਹੀ ਹੈ। ਗਲੋਬਲ ਵਾਰਮਿੰਗ ਮੀਨਸ ਰਾਈਜ਼ਿੰਗ ਟੈਂਪਰੇਚਰ ਆਫ ਦਾ ਅਰਥ। ਇਹਦੇ ਵਿੱਚ ਤੁਸੀਂ ਦੱਸਣਾ ਕਿ ਕਿਹੜਾ ਬਰਡ ਜਿਹੜਾ ਉਹ ਮਾਈਗ੍ਰੇਟਰੀ ਹੈ। ਮਾਈਗ੍ਰੇਟਰੀ ਬਰਡਸ ਹੁੰਦੇ ਆ ਜਿਹੜੇ ਮੌਸਮ ਦੇ ਚੇਂਜ ਹੋਣ ਨਾਲ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਚਲੇ ਜਾਂਦੇ। ਇਹਦਾ ਆਨਸਰ ਆਏਗਾ ਸੁਰਖਾਬ। ਵੈਨ ਵਾਜ਼ ਪ੍ਰੋਜੈਕਟ ਟਾਈਗਰ ਲਾਂਚਡ ਬਾਈ ਆਵਰ ਗਵਰਨਮੈਂਟ। ਤੇ ਇਹਦਾ ਆਨਸਰ ਆਏਗਾ 1 April 1973। ਪ੍ਰੋਜੈਕਟ ਟਾਈਗਰ ਜਿਹੜਾ ਉਦੋਂ ਇਹ ਲਾਂਚ ਕੀਤਾ ਗਿਆ ਸੀਗਾ। ਨੈਕਸਟ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਸੈੱਲ ਦੇ ਵਿੱਚ ਉਹ ਕਿਹੜਾ ਆਰਗੇਨਿਜ਼ਮ ਹੈ, ਆਰਗੇਨੈਲੀ ਹੈ, ਤੇ ਇਹ ਹੈਗੀ ਲਾਈਸੋਜ਼ੋਮ। ਇਹਨੂੰ ਸੁਸਾਈਡਲ ਬੈਗ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਹ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ, ਇਸ ਕਰਕੇ ਇਹਨੂੰ ਸੁਸਾਈਡਲ ਬੈਗ ਕਹਿੰਦੇ। ਹੁਣ ਹੈਗਾ ਵੀ ਸੈੱਲ ਦੀ ਪਾਵਰ ਹਾਊਸ ਕਿਹਨੂੰ ਮੰਨਿਆ ਗਿਆ, ਤੇ ਇਹਦਾ ਆਨਸਰ ਆਏਗਾ ਮਾਈਟੋਕੌਂਡਰੀਆ, ਕਿਉਂਕਿ ਇਹ ਉਹ ਆਰਗੇਨੈਲੀ ਹੈ ਜਿਹਦੇ ਵਿੱਚ ਜਿਹੜੀ ਸੈੱਲ ਦੀ ਜਿਹੜੀ ਪਾਵਰ ਹੈ ਉਹ ਸਟੋਰ ਹੁੰਦੀ ਹੈ। ਵਿਚ ਇਜ਼ ਦਾ ਲੌਂਗੈਸਟ ਸੈੱਲ ਆਫ ਹਿਊਮਨ ਬਾਡੀ। ਤੇ ਇਹਦਾ ਆਨਸਰ ਆਏਗਾ ਨਰਵ ਸੈੱਲ, ਕਿਉਂਕਿ ਜਿਹੜੇ ਰੈੱਡ ਬਲੱਡ ਸੈੱਲਸ, ਵਾਈਟ ਬਲੱਡ ਸੈੱਲਸ ਤੇ ਮਸਕੂਲਰ ਸੈੱਲਸ ਇਹਨਾਂ ਦਾ ਸਾਈਜ਼ ਛੋਟਾ ਹੁੰਦਾ, ਸਿਰਫ ਨਰਵ ਸੈੱਲ ਹੀ ਹੁੰਦਾ ਜਿਹਦਾ ਸਾਈਜ਼ ਵੱਡਾ ਹੁੰਦਾ ਹੈ। ਹਾਈਡਰਾ ਦੇ ਵਿੱਚ ਤੁਹਾਨੂੰ ਪਤਾ ਆ ਬਡਿੰਗ ਹੁੰਦੀ। ਬਡਿੰਗ ਕੀ ਹੁੰਦੀ ਹੈ ਕਿ ਜਿੱਦਾਂ ਕੋਈ ਵੀ
ਸਟਰਕਚਰ ਹੈਗੀ ਉਹਦੀ ਨਾ ਸਾਈਡ ਦੇ ਉੱਪਰ ਇੱਕ ਛੋਟੀ ਜਿਹੀ ਬੱਡ ਨਿਕਲ ਆਉਂਦੀ, ਉਸ ਬੱਡ ਤੋਂ ਫਿਰ ਨਵਾਂ ਜਿਹੜਾ ਆਰਗੇਨਿਜ਼ਮ ਹੈ ਉਹ ਬਣ ਜਾਂਦਾ ਹੈ। ਇਹ ਜਿਹੜੀ ਫਿਗਰ ਆ ਇਹ ਹੈਗੀ ਹੈ ਹਾਈਡਰਾ ਦੀ, ਇਸ ਕਰਕੇ ਅਸੀਂ ਹਾਈਡਰਾ ਦੇ ਉੱਤੇ ਟਿਕ ਕਰਾਂਗੇ। ਨੈਕਸਟ ਕੁਐਸਚਨ ਦੇ ਵਿੱਚ ਉਹਨੇ ਪੁੱਛਿਆ ਕਿ ਇੱਕ ਫਰਸ਼ ਦੇ ਉੱਪਰ ਰਿੜਦੀ ਹੋਈ ਬਾਲ ਥੋੜੀ ਦੇਰ ਬਾਅਦ ਰੁਕ ਕਿਉਂ ਜਾਂਦੀ ਹੈ। ਤੇ ਬੱਚੇ ਇਹਦਾ ਆਨਸਰ ਆਏਗਾ ਫ੍ਰਿਕਸ਼ਨਲ ਫੋਰਸ, ਕਿਉਂਕਿ ਬਾਲ ਤੇ ਅਰਥ ਦੇ ਵਿਚਕਾਰ ਜਿਹੜਾ ਫੋਰਸ ਲੱਗ ਰਿਹਾ ਫ੍ਰਿਕਸ਼ਨਲ ਫੋਰਸ, ਉਹਦੇ ਕਰਕੇ ਬਾਲ ਦੀ ਸਪੀਡ ਘੱਟ ਹੋ ਜਾਂਦੀ, ਥੋੜੀ ਦੇਰ ਬਾਅਦ ਉਹ ਰੁਕ ਜਾਂਦੀ ਹੈ। ਇਟ ਇਜ਼ ਡਿਫਿਕਲਟ ਟੂ ਵਾਕ ਔਨ ਵੈਟ ਫਲੋਰ ਬਿਕਾਜ਼, ਕਿਉਂਕਿ ਵੈਟ ਫਲੋਰ ਜਿਹੜਾ ਆ ਉਹਦੇ ਉੱਪਰ ਜਿਹੜੀ ਫ੍ਰਿਕਸ਼ਨਲ ਫੋਰਸ ਹੈ ਉਹ ਘੱਟ ਹੋ ਜਾਂਦੀ ਹੈ। ਅਸੀਂ ਤਾਂ ਹੀ ਤੁਰ ਸਕਦੇ ਹਾਂ ਜੇਕਰ ਸਰਫੇਸ ਤੇ ਪੈਰਾਂ ਦੇ ਵਿੱਚ ਫ੍ਰਿਕਸ਼ਨ ਹੋਵੇ। ਰੋਲਿੰਗ ਫ੍ਰਿਕਸ਼ਨ ਇਜ਼ ਲੈਸ ਦੈਨ ਸਟੈਟਿਕ ਫ੍ਰਿਕਸ਼ਨ, ਕਿਉਂਕਿ ਜਿਹੜਾ ਸਟੈਟਿਕ ਫ੍ਰਿਕਸ਼ਨ ਹੁੰਦਾ ਨਾ ਉਹਦੀ ਜਿਹੜੀ ਸਰਫੇਸ ਹੁੰਦੀ ਉਹ ਰਫ ਹੁੰਦੀ ਹੈ, ਤੇ ਜਿਹੜਾ ਰੋਲਿੰਗ ਫ੍ਰਿਕਸ਼ਨ ਹੈ ਇਹਦੀ ਸਰਫੇਸ ਜਿਹੜੀ ਸਮੂਥ ਹੋਣ ਕਰਕੇ ਘੱਟ ਹੁੰਦਾ ਆ। ਦ ਫੂਡ ਇਨ ਦ ਫੂਡ ਪਾਈਪ ਇਜ਼ ਪੁਸ਼ਡ ਫਾਰਵਰਡ ਡਿਊਰਿੰਗ ਡਾਈਜੈਸਟਿਵ ਪ੍ਰੋਸੈਸ, ਕਿਸ ਪ੍ਰੋਸੈਸ ਦੇ ਵਿੱਚ ਇਹ ਪੁਸ਼ ਕੀਤਾ ਜਾਂਦਾ, ਤੇ ਇਹਦਾ ਆਨਸਰ ਆਏਗਾ ਮਸਕੂਲਰ ਫੋਰਸ। ਨੈਕਸਟ ਕੁਐਸਚਨ ਵਿੱਚ ਉਹਨੇ ਪੁੱਛਿਆ ਆ ਕਿ ਦ ਫੋਰਸ ਆਫ ਫ੍ਰਿਕਸ਼ਨ ਔਨ ਅ ਮੂਵਿੰਗ ਆਬਜੈਕਟ ਆਲਵੇਜ਼ ਐਕਟ, ਤੇ ਇਹਦੇ ਵਿੱਚ ਅਸੀਂ ਕਵਾਂਗੇ ਅਪੋਜ਼ਿਟ ਟੂ ਦ ਡਾਇਰੈਕਸ਼ਨ ਆਫ ਦ ਮੋਸ਼ਨ, ਕਿਉਂਕਿ ਕੋਈ ਵੀ ਚੀਜ਼ ਤਾਂ ਹੀ ਅੱਗੇ ਨੂੰ ਮੂਵ ਕਰ ਸਕਦੀ ਹੈ ਜੇਕਰ ਫ੍ਰਿਕਸ਼ਨਲ ਫੋਰਸ ਜਿਹੜਾ ਉਹਦੇ ਉਲਟ ਦਿਸ਼ਾ ਵਿੱਚ ਲੱਗੇ। ਦ ਯੂਨਿਟ ਆਫ ਫ੍ਰੀਕੁਐਂਸੀਜ਼ ਹਰਟਜ਼, ਕਿਉਂਕਿ ਅਸੀਂ ਜਿਹੜੀ ਫ੍ਰੀਕੁਐਂਸੀਜ਼ ਹੈ ਉਹਨੂੰ ਅਸੀਂ ਹਰਟਸ ਦੇ ਵਿੱਚ ਮੈਜ਼ਰ ਕਰਦੇ ਹਾਂ। ਕੁਐਸਚਨ ਨੰਬਰ 27 ਹੈਗਾ ਅਲਟਰਾਸੋਨਿਕ ਸਾਊਂਡ ਇਜ਼, ਅਲਟਰਾਸੋਨਿਕ ਸਾਊਂਡ ਕੀ ਹੁੰਦੀ ਹੈ ਦ ਸਾਊਂਡ ਆਫ ਫ੍ਰੀਕੁਐਂਸੀ ਮੋਰ ਦੈਨ 20 ਕਿਲੋ ਹਰਟਸ, ਜਿਹੜੀਆਂ ਫ੍ਰੀਕੁਐਂਸੀਜ਼ ਦੀ ਜਿਹੜੀਆਂ 20 ਕਿਲੋ ਹਰਟਸ ਤੋਂ ਜ਼ਿਆਦਾ ਹੋਣ ਉਹਨਾਂ ਨੂੰ ਅਲਟਰਾਸੋਨਿਕ ਸਾਊਂਡਸ ਕਹਿੰਦੇ। ਮੋਸਟ ਲਿਕੁਇਡਸ ਦੈਟ ਕੰਡਕਟ ਇਲੈਕਟ੍ਰਿਸਿਟੀ ਆਰ ਸੋਲਿਊਸ਼ਨਸ ਆਫ, ਤੇ ਇਹ ਸਾਰੇ ਹੀ ਆਏਗਾ ਐਸਿਡਸ ਬੇਸਿਸ ਐਂਡ ਸਾਲਟਸ, ਇਹ ਤਿੰਨੋਂ ਹੀ ਇਲੈਕਟ੍ਰਿਸਿਟੀ ਨੂੰ ਲਿਕੁਇਡ ਸਟੇਟ ਵਿੱਚ ਹੀ ਕੰਡਕਟ ਕਰਦੇ ਆ। 30th ਕੁਐਸਚਨ ਹੈਗਾ ਵਿਚ ਆਊਟ ਆਫ ਦ ਫਾਲੋਇੰਗ ਇਜ਼ ਨਾਟ ਐਨ ਇਨਸੂਲੇਟਰ, ਇਹਦੇ ਵਿੱਚ ਅਸੀਂ ਦੱਸਣਾ ਇਨਸੂਲੇਟਰ ਕਿਹੜਾ ਨਹੀਂ ਹੈ, ਤੇ ਇਹਦੇ ਵਿੱਚ ਬੱਚੇ ਦੇਖੋ ਰਬੜ, ਪਲਾਸਟਿਕ ਤੇ ਵੁੱਡ ਇਹ ਤਿੰਨੋਂ ਹੀ ਇਨਸੂਲੇਟਰ ਹੈ, ਬਟ ਕਾਪਰ ਇੱਕ ਮੈਟਲ ਹੈ ਜਿਹੜੀ ਕਿ ਕੰਡਕਟਰ ਹੈ। ਦ ਅਵੇਲੇਬਿਲਿਟੀ ਆਫ ਸਮ ਅਮਾਊਂਟ ਆਫ ਇੰਪਿਓਰਿਟੀਜ਼ ਮੇਕ ਵਾਟਰ ਕੰਡਕਟਰ, ਕਿਉਂਕਿ ਵਾਟਰ ਜਿਹੜਾ ਆ ਉਹ ਉਦੋਂ ਹੀ ਇਲੈਕਟ੍ਰਿਸਿਟੀ ਨੂੰ ਕੰਡਕਟ ਕਰਦਾ ਜੇਕਰ ਉਹਦੇ ਵਿੱਚ ਕੁਝ ਇੰਪਿਓਰਿਟੀਜ਼ ਹੋਣ, ਡਿਸਟਿਲਡ ਵਾਟਰ ਨਹੀਂ ਕਰਦਾ। ਆ ਪਰਸਨ 1 ਮੀਟਰ ਇਨ ਫਰੰਟ ਆਫ ਅ ਮਿਰਰ ਸੀਮਸ ਟੂ, ਇਹਦਾ ਆਨਸਰ ਆਏਗਾ 2 ਮੀਟਰ, ਕਿਉਂਕਿ ਇੱਥੇ ਨਾ ਉਹਨੇ ਪੁੱਛਿਆ ਆ ਇੱਕ ਪਰਸਨ ਜਿਹੜਾ ਉਹ ਮਿਰਰ ਤੋਂ ਕਿੰਨੀ ਡਿਸਟੈਂਸ 'ਤੇ ਆ 1 ਮੀਟਰ 'ਤੇ, ਤੇ ਜਿਹੜਾ ਇਮੇਜ ਆ ਉਹ ਅੱਗੇ 1 ਮੀਟਰ 'ਤੇ, ਦੋਨੋਂ ਟੋਟਲ ਹੋ ਗਿਆ 2 ਮੀਟਰਸ। ਬੱਚੇ ਪਿੱਪਲ ਸਾਡੀ ਅੱਖ ਦਾ ਇੱਕ ਪਾਰਟ ਆ ਜਿਹੜਾ ਕਿ ਜਦੋਂ ਡਿਮ ਲਾਈਟ ਹੁੰਦੀ ਤੇ ਉਹਦਾ ਸਾਈਜ਼ ਲਾਰਜ ਹੋ ਜਾਂਦਾ, ਤੇ ਜਦੋਂ ਜ਼ਿਆਦਾ ਬਰਾਈਟ ਲਾਈਟ ਹੁੰਦੀ ਤੇ ਉਹਦਾ ਸਾਈਜ਼ ਜਿਹੜਾ ਉਹ ਸ਼ਾਰਟ ਹੋ ਜਾਂਦਾ, ਇਸ ਕਰਕੇ ਆਨਸਰ ਆਏਗਾ ਲਾਰਜ ਸਾਈਜ਼ ਹੋ ਜਾਂਦਾ। ਵਿਚ ਆਫ ਦਾ ਫਾਲੋਇੰਗ ਇਜ਼ ਗ੍ਰੀਨ ਹਾਊਸ ਗੈਸ, ਤੇ ਅਸੀਂ ਪਿੱਛੇ ਵੀ ਪੜ੍ਹਿਆ ਕਿਹੜੀ ਗੈਸ ਹੈ ਕਾਰਬਨ ਡਾਈਆਕਸਾਈਡ, ਇਹ ਕਿਹੜੀ ਗੈਸ ਹੈ ਗ੍ਰੀਨ ਹਾਊਸ ਗੈਸ। ਦ ਸੋਰਸ ਆਫ ਏਅਰ ਪੋਲਿਊਸ਼ਨ ਇਜ਼ ਬਰਨਿੰਗ ਫੋਰੈਸਟ, ਜੰਗਲਾਂ ਦਾ ਸੜਨਾ, ਗੈਸ ਜਿਹੜੀ ਆਟੋਮੋਬਾਈਲਸ ਦੁਆਰਾ ਕੱਢੀ ਜਾਂਦੀ ਜਾਂ ਫਿਰ ਸਮੋਕ ਹੈ, ਸਾਰੇ ਹੀ ਰੀਜ਼ਨ ਹੈ, ਇਸ ਕਰਕੇ ਅਸੀਂ ਆਲ ਆਫ ਦੀਜ਼ ਦੇ ਉੱਪਰ ਟਿਕ ਕਰਾਂਗੇ। ਨੈਕਸਟ ਕੁਐਸਚਨ ਵਿੱਚ ਉਹਨੇ ਪੁੱਛਿਆ ਕਿ ਜਿਹੜਾ ਆਟੋਮੋਬਾਈਲਸ ਹੈ ਵਹੀਕਲਸ ਹੈ ਉਹਨਾਂ ਦੇ ਵਿੱਚੋਂ ਕਿਹੜੀਆਂ ਗੈਸਿਸ ਨਿਕਲਦੀਆਂ, ਤੇ ਬੱਚੇ ਉਹਦੇ ਦੋਨੋਂ ਆਪਸ਼ਨ ਆਏਗੀ ਕਾਰਬਨ ਮੋਨੋਆਕਸਾਈਡ ਵੀ ਤੇ ਕਾਰਬਨ ਡਾਈਆਕਸਾਈਡ ਵੀ, ਇਸ ਕਰਕੇ ਅਸੀਂ ਬੋਥ ਏ ਤੇ ਬੀ ਤੇ ਟਿਕ ਕਰਾਂਗੇ। ਬੱਚੇ ਨੈਕਸਟ ਹੈਗੇ ਤੁਹਾਡੇ 10 ਕੁਐਸਚਨ 2-2 ਨੰਬਰ ਦੇ, ਜਿਹਦੇ ਵਿੱਚ ਤੁਸੀਂ ਜਿਹੜਾ ਆਨਸਰ ਆ ਉਹ 5-6 ਲਾਈਨਾਂ ਦਾ ਲਿਖਣਾ ਹੁੰਦਾ, ਤੇ ਜਿਹੜਾ ਹਰੇਕ ਕੁਐਸਚਨ 2 ਨੰਬਰ ਦਾ ਹੈ ਟੋਟਲ ਤੁਹਾਡੇ ਹੋ ਗਏ 10 ਨੰਬਰ। ਉਸ ਤੋਂ ਬਾਅਦ ਤੁਹਾਨੂੰ 5 ਕੁਐਸਚਨ ਜਿਹੜੇ ਆ ਉਹ 3-3 ਨੰਬਰ ਦੇ ਪਿੱਛੇ ਜਾਣਗੇ, ਉਹਨਾਂ ਦਾ ਆਨਸਰ ਜਿਹੜਾ ਆ ਤੁਸੀਂ ਡਿਟੇਲ ਵਿੱਚ ਦੇਣਾ ਆ। ਵੈਸੇ ਮੋਸਟਲੀ ਕੁਐਸਚਨਸ ਜਿਹੜੇ ਆ ਨਾ ਉਹਨਾਂ ਦੇ ਨਾ 3 ਪਾਰਟਸ ਹੁੰਦੇ ਆ, ਤੇ ਉਹ ਤੁਸੀਂ ਹਰੇਕ ਜਿਹੜਾ ਪਾਰਟ ਆ ਨਾ ਉਹਦਾ ਕਰੈਕਟ ਆਨਸਰ ਦੇਣਾ। ਜਿਵੇਂ ਦੇਖੋ ਡੈਫੀਨੇਸ਼ਨਸ ਉਹਨੇ 3 ਪੁੱਛੀਆਂ, ਇਮਿਊਨਿਟੀ, ਐਂਟੀਬਾਡੀਜ਼ ਤੇ ਵੈਕਸੀਨੇਸ਼ਨ। ਤੇ ਜਿਵੇਂ 13th ਕੁਐਸਚਨ ਹੈ ਇਹਦੇ ਵਿੱਚ ਉਹਨੇ ਪੁੱਛਿਆ ਵਾਟ ਇਜ਼ ਪੈਟਰੋਲੀਅਮ, ਹਾਊ ਡਜ਼ ਇਟ ਅਕਰ, ਹਾਊ ਇਜ਼ ਇਟ ਮਾਈਨਡ। ਤੇ ਜਦੋਂ ਇਸ ਤਰ੍ਹਾਂ ਦਾ ਕੁਐਸਚਨ ਆਵੇ ਨਾ ਤੁਸੀਂ ਤਿੰਨਾਂ ਦਾ ਹੀ ਆਨਸਰ ਦੇਣਾ ਜ਼ਰੂਰੀ ਹੁੰਦਾ, ਤਾਂ ਹੀ ਤੁਸੀਂ 3 ਮਾਰਕਸ ਲੈ ਸਕਦੇ ਆ। ਇਹ ਬੱਚੇ ਤੁਹਾਡਾ ਟੋਟਲ ਪੇਪਰ ਹੋ ਗਿਆ 75 ਮਾਰਕਸ ਦਾ।
ਇਸ ਤੋਂ ਇਲਾਵਾ ਜੇਕਰ ਤੁਹਾਡੀ ਹੈਂਡਰਾਈਟਿੰਗ ਬਹੁਤ ਸੋਹਣੀ ਹੈ ਤੇ 5 ਮਾਰਕਸ ਤੁਸੀਂ ਗੁੱਡ ਹੈਂਡਰਾਈਟਿੰਗ ਦੇ ਲੈ ਸਕਦੇ ਆ। ਇਸ ਤਰੀਕੇ ਦੇ ਨਾਲ ਇਹ ਜੋ ਤੁਹਾਡਾ ਸਾਇੰਸ ਦਾ ਪੇਪਰ ਹੈ ਇਹਦੇ ਮੈਕਸਿਮਮ ਮਾਰਕਸ ਹੈਗੇ ਆ 80। ਬੈਸਟ ਆਫ ਲੱਕ ਟੂ ਆਲ ਆਫ ਯੂ।